ਤਰ੍ਹਾਂ ਇਹ ਤੁਹਾਨੂੰ ਇਹ ਕਿਲ੍ਹਾ ਨਜ਼ਰ ਆ ਰਿਹਾ, ਜਿਸ ਤਰ੍ਹਾਂ ਸੰਗਤਾਂ ਜਾਂਦੀਆਂ ਨੇ ਦੇਖਿਆ ਹੋਊਗਾ ਜ਼ਰੂਰ, ਮਾਡਲ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ। ਅਤੇ ਉਹਦੇ ਨਾਲ ਹੀ ਸਾਰਾ ਇਤਿਹਾਸ ਵੀ ਜੋ ਤੁਸੀਂ ਦੇਖ ਪਾ ਰਹੇ ਹੋ, ਸਾਰਾ ਮਿਨੀਏਚਰ ਦੇ ਵਿੱਚ ਇਤਿਹਾਸ ਵੀ ਲਿਖਿਆ ਹੋਇਆ ਹੈ। ਉਹਦੇ ਨਾਲ ਗੁਰਦੁਆਰਾ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ, ਇਹ ਜੋ ਸਥਾਨ ਤੁਸੀਂ ਮਾਡਲ ਦੇ ਰੂਪ ਦੇ ਵਿੱਚ ਦੇਖ ਰਹੇ ਹੋ, ਜੋ ਬੋਲੀ ਸਾਹਿਬ ਹੈ, ਇੱਥੋਂ 132 ਪੌੜੀਆਂ ਥੱਲੇ ਉਤਰ ਕੇ ਜੋ ਪੁਰਾਤਨ ਜੋ ਖੂਹ ਆਉਂਦਾ ਹੈ ਬੋਲੀ ਸਾਹਿਬ ਦੇ ਨਾਮ ਤੋਂ ਜੋ ਦਰਦ ਹੈ, ਅਤੇ ਉਹ ਵੀ ਤੁਹਾਨੂੰ ਮਾਡਲ ਦੇ ਰੂਪ ਦੇ ਵਿੱਚ ਨਜ਼ਰ ਆ ਰਿਹਾ। ਥੱਲੇ ਆ ਕੇ ਜੋ ਇਹ ਪੁਰਾਤਨ ਦਰਸ਼ਨੀ ਜੋੜੀ ਹੈ, ਜੋ ਕਿ ਸੰਨ 1934 ਦੇ ਵਿੱਚ ਸੰਤ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਨੇ ਇਸ ਪਵਿੱਤਰ ਸਥਾਨ 'ਤੇ ਆ ਕੇ ਅਰਦਾਸ ਬੇਨਤੀ ਕਰਕੇ ਸੇਵਾਵਾਂ ਆਰੰਭ ਕੀਤੀਆਂ। ਸਮਾਂ ਕਿੰਨਾ ਕੁ ਲੱਗਾ ਔਰ ਇਹਦੀ ਕੀਮਤ ਕਿੰਨੀ ਹੈਗੀ ਹੈ? ਇਹ ਜੀ ਬਣਾਉਣ ਦੇ ਵਿੱਚ ਤਕਰੀਬਨ 2.5 ਮਹੀਨੇ ਦਾ ਸਮਾਂ ਲੱਗਾ, ਅਤੇ 8-10 ਘੰਟੇ ਮੈਂ ਰੋਜ਼ ਇਸ ਮਾਡਲ ਨੂੰ ਦਿਆ ਕਰਦਾ ਸੀਗਾ। ਅਤੇ ਇਹ ਮਾਡਲ ਜਿਹੜੇ ਹੁੰਦੇ ਆ, ਇਹ ਜੇ ਗੱਲ ਕਰੀਏ ਕੀਮਤ ਦੀ, ਕੀਮਤ ਵੀ ਕਦੇ ਵੀ ਮੈਂ ਔਨ ਕੈਮਰਾ ਦੱਸਣਾ ਨਹੀਂ ਚਾਹੁੰਦਾ। ਜਿਹੜੀਆਂ ਵੀ ਸੰਗਤਾਂ, ਕਿਉਂਕਿ ਇਹ ਜਿਹੜੇ ਧਾਰਮਿਕ ਸਥਾਨਾਂ ਦੇ ਮਾਡਲ ਹੈ ਮੇਰੇ ਦਿਲ ਦੇ ਬੜੇ ਕਰੀਬ ਹੁੰਦੇ ਆ। ਪਹਿਲਾਂ ਵੀ ਮੈਂ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਬਣਾਏ ਨੇ, 5 ਤਖ਼ਤਾਂ ਦੇ ਮਾਡਲ ਬਣਾਏ ਨੇ, ਪਾਕਿਸਤਾਨ ਦੇ ਗੁਰਦੁਆਰਿਆਂ ਦੇ ਮਾਡਲ ਬਣਾਏ ਨੇ। ਅਤੇ ਸਮੇਂ ਸਿਰ ਜਦੋਂ ਵੀ ਅਸੀਂ ਮਾਡਲ ਤਿਆਰ ਕਰਦੇ ਹਾਂ, ਜ਼ਰੂਰ ਸਿੱਖ ਸੰਗਤਾਂ ਪਿਆਰ ਬਖਸ਼ਦੀਆਂ ਨੇ। ਅਤੇ ਜਿੱਥੇ ਵੀ ਮੇਰੇ ਲਾਇਕ ਕੋਈ ਸੇਵਾ ਹੁੰਦੀ, ਚਾਹੇ ਉਹ ਨਗਰ ਕੀਰਤਨ ਲਈ ਵੱਡਾ ਮਾਡਲ ਬਣਾਉਣਾ ਹੋਵੇ, ਚਾਹੇ ਉਹ ਕਿਸੇ ਅਜਾਇਬ ਘਰ 'ਚ ਰੱਖਣਾ ਹੋਵੇ, ਕਿਸੇ ਹਾਲ 'ਚ ਰੱਖਣਾ ਹੋਵੇ, ਅਤੇ ਹਰ ਤਰ੍ਹਾਂ ਦਾ ਅਸੀਂ ਮਾਡਲ ਬਣਾ ਕੇ ਦਿੰਦੇ ਹਾਂ। ਤਾਂ ਜੇਕਰ ਗੱਲ ਕੀਤੀ ਜਾਵੇ ਤਾਂ SGPC ਵਾਲਿਆਂ ਨੂੰ ਕਿਤੇ ਨਾ ਕਿਤੇ ਚਾਹੀਦਾ ਹੈਗਾ ਕਿ ਤੁਹਾਨੂੰ ਆਪਣੀ ਇੱਕ ਜੋਬ ਦੇਣ, ਜਾਂ ਤੁਹਾਡੇ ਕੋਲ ਆਪਣਾ ਇਸ ਕੰਮ ਦੇ ਤੁਹਾਨੂੰ ਆਰਡਰ ਦੇਣ ਦਾ ਕਿੰਨਾ ਕੁ ਤੁਹਾਨੂੰ ਜਿਹੜਾ ਉਹਨਾਂ ਵੱਲੋਂ ਸਹਿਯੋਗ ਰਹਿੰਦਾ SGPC ਵੱਲੋਂ? SGPC ਇੱਕ ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੈਗੀ ਹੈ। ਇਹ ਸਿਰਫ ਸਿੱਖਾਂ ਵਾਸਤੇ ਨਹੀਂ, ਇਹ ਸਭ ਧਰਮਾਂ ਦੇ ਲਈ ਸਹਾਇਕ ਹੋਣੀ ਚਾਹੀਦੀ ਸੀਗੀ। ਲੇਕਿਨ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਤੋਂ ਹਟਦੇ ਨਜ਼ਰ ਆਉਂਦੇ, ਕਿਉਂਕਿ ਇਸ ਤਰ੍ਹਾਂ ਦੇ ਕਾਰਜ ਕੋਈ ਚੰਗਾ ਲਿਖਾਰੀ, ਚੰਗਾ ਖਿਡਾਰੀ, ਚੰਗਾ ਕੋਈ ਇਤਿਹਾਸਕਾਰ, ਕੋਈ ਚੰਗਾ ਆਰਟਿਸਟ, ਕੋਈ ਚੰਗਾ ਪੇਂਟਰ, ਜਿਹੜਾ ਸਾਡੇ ਸਿੱਖ ਇਤਿਹਾਸ ਨੂੰ, ਸਿੱਖ ਕਲਚਰ ਨੂੰ, ਸਿੱਖ ਵਿਰਾਸਤਾਂ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੋਵੇ ਜਾਂ ਅੱਗੇ ਲੈ ਕੇ ਆਉਣ ਦਾ ਯਤਨ ਕਰ ਰਿਹਾ ਹੋਵੇ, ਉਸ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ। ਲੇਕਿਨ ਅਜੇ ਤਾਈਂ ਉਹ ਇਸ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ। ਮੈਂ ਬਹੁਤ ਵਾਰੀ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰ ਚੁੱਕਿਆ। ਬੀਬੀ ਜਗੀਰ ਕੌਰ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਤੇ ਇੱਕ ਸਵਾਲ ਕਰਦਾ ਤੁਹਾਡੇ ਚੈਨਲ ਜ਼ਰੀਏ ਉਹਨਾਂ ਤਾਈਂ ਪਹੁੰਚਾਉਣਾ ਚਾਹੁੰਦਾ ਕਿ 1 ਕਰੋੜ ਰੁਪਈਆ ਤੁਸੀਂ ਹਾਕੀ ਖਿਡਾਰੀਆਂ ਨੂੰ ਦਿੱਤਾ, ਮੈਨੂੰ ਕੋਈ ਦੁੱਖ ਨਹੀਂ, ਮੈਂ ਨਾਲੇ ਹਾਕੀ ਖਿਡਾਰਨਾਂ ਨੂੰ, ਪਲੇਅਰਾਂ ਨੂੰ ਵਧਾਈਆਂ ਵੀ ਦਿੰਦਾ ਕਿ ਉਹ ਦੇਸ਼ ਦਾ ਨਾਮ ਰੋਸ਼ਨ ਕਰਕੇ ਆ ਰਹੇ ਹੈ। ਪਰ ਕੀ ਉਹ ਐਡਾ ਵੱਡਾ ਦਰਜਾ ਹੋ ਗਿਆ ਕਿ ਉਹ ਅੰਮ੍ਰਿਤਧਾਰੀ ਹੈ? ਕਿ ਉਹ ਦਸਤਾਰਾਂ ਬਣ ਕੇ ਗਈਆਂ ਸੀ? ਕਿ ਉਹਨਾਂ ਨੇ ਗਾਤਰੇ ਪਾਏ ਸੀਗੇ? ਕਿ ਅਸੀਂ ਜੇ ਗਾਤਰੇ ਪਾ ਕੇ ਆ ਸਿੱਖ ਸਮਾਜ ਦੇ ਵਿੱਚ ਚੰਗੇ ਚੰਗੇ ਲੋਕ ਜਿਹੜੇ ਬੜੇ ਸਾਰੇ ਹੈਗੇ, ਜੇ ਕਹੋਗੇ ਤਾਂ ਮੈਂ ਗਿਣਾ ਦੂੰਗਾ, ਜਿਹੜੇ ਲੋਕ ਕਾਰਜ ਕਰ ਰਹੇ, ਇਹ ਅਣਦੇਖੇ ਹੋ ਜਾਂਦੇ ਹੈ। ਕੋਈ ਆਰਟ ਵਰਕ ਰੱਖਣਾ ਚਾਹੁੰਦੇ ਹੋ ਜਿਹਦੇ ਜ਼ਰੀਏ ਸਾਡੇ ਯੂਥ ਨੂੰ, ਸਾਡੇ ਬੱਚਿਆਂ ਨੂੰ ਇਤਿਹਾਸ ਪਹੁੰਚ ਸਕੇ, ਕੋਈ ਯਤਨ ਹੈ ਤੁਹਾਡਾ? ਕੋਈ ਹੈ ਤੁਹਾਡੇ ਕੋਲ ਜਵਾਬ? ਤੁਸੀਂ 1 ਕਰੋੜ ਅਨਾਊਂਸ ਕਰਤਾ, ਮੈਨੂੰ ਕੋਈ ਦੁੱਖ ਨਹੀਂ, ਤੁਸੀਂ ਸਾਨੂੰ ਤਾਂ ਸਾਡੇ ਤਾਂ ਹੱਥੋਂ ਤੁਸੀਂ ਮਾਡਲ ਖੋਣ ਨੂੰ ਪੈਂਦੇ ਹੋ। ਮੇਰੇ ਨਾਲ ਸਿੰਘ ਗਿਆ ਸੀਗਾ ਸ੍ਰੀ ਦਰਬਾਰ ਸਾਹਿਬ, ਸ੍ਰੀ ਚੂਨਾ ਮੰਡੀ ਸਾਹਿਬ ਲਾਹੌਰ ਦਾ ਮਾਡਲ ਹੱਥੋਂ ਖੋਲ੍ਹਿਆ ਸੀਗਾ, ਕੈਮਰੇ ਹੱਥੋਂ ਖੋਲ੍ਹੇ ਸੀ ਵੀ ਤੁਸੀਂ ਇੱਥੇ ਕੀ ਲੈਣ ਆਏ ਹੋ। ਅਤੇ ਇਹਨਾਂ ਦਾ ਵਿਤਕਰਾ ਇਸ ਤਰ੍ਹਾਂ ਦਾ ਹੁੰਦਾ। ਅਤੇ ਜਿਹੜੇ ਜਾਪਾਨ ਦੇ ਵਿੱਚ 2 ਮੈਡਲ ਜਿੱਤ ਲਏ ਆ, ਇਹਦਾ ਮਤਲਬ ਮੈਡਲ ਇਹਨਾਂ ਨੂੰ ਜਿੱਤਣੇ ਜ਼ਿਆਦਾ ਕੀਮਤੀ ਹੈ। ਧਾਰਮਿਕ ਸਥਾਨਾਂ ਨੂੰ, ਸਿੱਖ ਇਤਿਹਾਸ ਨੂੰ ਸਾਂਭਣ ਵਾਲੇ ਦੀ ਕੀਮਤ ਘੱਟ ਹੈਗੀ ਹੈ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ TV ਦੇਖ ਰਹੇ ਹੋ ਤੁਸੀਂ। ਅੱਜ ਅਸੀਂ ਪੇਪਰ ਆਰਟਿਸਟ ਗੁਰਪ੍ਰੀਤ ਜੀ ਕੋਲ ਪਹੁੰਚੇ ਹੋਏ ਹਾਂ। ਇਹਨਾਂ ਦੁਆਰਾ ਇੱਕ ਮਾਡਲ ਤਿਆਰ ਕੀਤਾ ਗਿਆ ਆ, ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹ ਮਾਡਲ ਕੀ ਹੈ ਔਰ ਕਿੰਨਾ ਸਮਾਂ ਲੱਗਾ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ। ਅੱਜ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਜੋ ਨਵਾਂ ਮਾਡਲ ਤਿਆਰ ਕੀਤਾ ਹੈ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦਾ, ਜੋ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਮੌਜੂਦ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਨਾਲ ਸੰਬੰਧਿਤ ਇਹ ਗੁਰਦੁਆਰਾ ਸਾਹਿਬ ਹੈ। ਇੱਥੇ ਸੰਨ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਹਨ ਅਤੇ 4 ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਦੇ ਨਾਲ ਹੀ ਬਾਬਾ ਬਚਿੱਤਰ ਸਿੰਘ ਜੀ, 5 ਪਿਆਰੇ ਅਤੇ 40 ਮੁਕਤੇ ਜੋ ਇਤਿਹਾਸ ਹੈਗਾ
ਜੋ ਕਿ 40 ਸਿੰਘ ਬਦਾਵਾ ਦੇ ਕੇ ਚਲੇ ਗਏ ਸੀ, ਉਹ ਵੀ ਇਸ ਥਾਂ 'ਤੇ ਕਾਫੀ ਸਮੇਂ ਉਹਨਾਂ ਨੇ ਬਿਤਾਇਆ ਹੈ। ਇਹੀ ਹੀ ਸਥਾਨ ਸੀ ਜੋ ਮਾਡਲ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਮੁਗਲ ਰਾਜਾ ਨੇ ਹਮਲਾ ਕੀਤਾ। ਇਹ ਤਾਂ ਸਾਰਾ ਮੈਂ ਡਿਟੇਲ ਮਾਡਲ ਤਿਆਰ ਕੀਤਾ ਜਿਹਦੇ ਵਿੱਚ ਕਿ ਵੱਖ-ਵੱਖ ਦ੍ਰਿਸ਼ ਦਿਖਾਏ ਗਏ ਨੇ। ਇਹ ਸਾਰਾ ਮੈਂ ਮਾਡਲ ਤਿਆਰ ਕੀਤਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਵਿਸਥਾਰ ਨਾਲ ਸਮਝਾਓ ਕਿ ਕਿੱਥੇ ਕਿਹੜੀ ਚੀਜ਼ ਤਿਆਰ ਕੀਤੀ ਹੋਈ ਹੈ। ਬਿਲਕੁਲ ਜੀ, ਮੈਂ ਦੱਸਣਾ ਚਾਹੂੰਗਾ ਕਿ ਜਿਸ ਤਰ੍ਹਾਂ ਇਹ ਤੁਹਾਨੂੰ ਇਹ ਕਿਲ੍ਹਾ ਨਜ਼ਰ ਆ ਰਿਹਾ, ਜਿਸ ਤਰ੍ਹਾਂ ਸੰਗਤਾਂ ਜਾਂਦੀਆਂ ਨੇ, ਦੇਖਿਆ ਹੋਊਗਾ ਜ਼ਰੂਰ, ਮਾਡਲ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ। ਅਤੇ ਉਹਦੇ ਨਾਲ ਹੀ ਸਾਰਾ ਇਤਿਹਾਸ ਵੀ ਜੋ ਤੁਸੀਂ ਦੇਖ ਪਾ ਰਹੇ ਹੋ, ਸਾਰਾ ਮਿਨੀਏਚਰ ਦੇ ਵਿੱਚ ਇਤਿਹਾਸ ਵੀ ਲਿਖਿਆ ਹੋਇਆ ਹੈ। ਉਹਦੇ ਨਾਲ ਗੁਰਦੁਆਰਾ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ, ਇਹ ਜੋ ਸਥਾਨ ਤੁਸੀਂ ਮਾਡਲ ਦੇ ਰੂਪ ਦੇ ਵਿੱਚ ਦੇਖ ਰਹੇ ਹੋ, ਜੋ ਬੋਲੀ ਸਾਹਿਬ ਹੈ, ਇੱਥੋਂ 132 ਪੌੜੀਆਂ ਥੱਲੇ ਉਤਰ ਕੇ ਜੋ ਪੁਰਾਤਨ ਜੋ ਖੂਹ ਆਉਂਦਾ ਹੈ ਬੋਲੀ ਸਾਹਿਬ ਦੇ ਨਾਮ ਤੋਂ ਜੋ ਦਰਦ ਹੈ, ਅਤੇ ਉਹ ਵੀ ਤੁਹਾਨੂੰ ਮਾਡਲ ਦੇ ਰੂਪ ਦੇ ਵਿੱਚ ਨਜ਼ਰ ਆ ਰਿਹਾ। ਥੱਲੇ ਆ ਕੇ ਜੋ ਇਹ ਪੁਰਾਤਨ ਦਰਸ਼ਨੀ ਡਿਓੜੀ ਹੈ ਜੋ ਕਿ ਸੰਨ 1934 ਦੇ ਵਿੱਚ ਸੰਤ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਨੇ ਇਸ ਪਵਿੱਤਰ ਸਥਾਨ 'ਤੇ ਆ ਕੇ ਅਰਦਾਸ ਬੇਨਤੀ ਕਰਕੇ ਸੇਵਾਵਾਂ ਆਰੰਭ ਕੀਤੀਆਂ, ਅਤੇ ਬਹੁਤ ਸਾਰੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਹੁਮਾ ਕੇ ਇਸ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ। ਇੰਗਲੈਂਡ ਦੀਆਂ ਸੰਗਤਾਂ ਨੇ ਵੀ ਪਾਇਆ, ਅਤੇ ਉਸ ਵੇਲੇ ਇਮਾਰਤਾਂ ਆਰੰਭਤਾ ਹੋਈਆਂ। ਉਹਦੇ ਨਾਲ ਹੀ ਇਹ ਵੀ ਪੁਰਾਣੇ ਸਮੇਂ ਦੇ ਵਿੱਚ ਜੋ ਇਮਾਰਤਾਂ ਥੋੜ੍ਹੀਆਂ ਤਹਿਸ ਨਹਿਸ ਹੋ ਗਈਆਂ ਸੀ, ਉਹ ਵੀ ਉਹਨਾਂ ਨੇ ਆਰੰਭਤਾ ਕਰਾਈਆਂ ਸੀ, ਅਤੇ ਕਾਫੀ ਸਾਰਾ ਪੁਰਾਤਨ ਇਤਿਹਾਸ ਹੈ। ਤਾਂ ਗੁਰਪ੍ਰੀਤ ਜੀ, ਤੁਸੀਂ ਪਹਿਲਾਂ ਵੀ ਬਹੁਤ ਕੁਝ ਬਣਾਇਆ ਹੈ, ਪਰ ਇਹਦੇ ਵਿੱਚ ਕਿੰਨਾ ਸਮਾਂ ਲੱਗਾ ਤੁਹਾਨੂੰ ਬਣਾਉਣ ਦੇ ਵਿੱਚ, ਔਰ ਇਹ ਤੁਸੀਂ ਕਿਸੇ ਦੀ ਡਿਮਾਂਡ 'ਤੇ ਬਣਾਇਆ ਜਾਂ ਤੁਸੀਂ ਖੁਦ ਆਪਣੇ ਲਈ ਤਿਆਰ ਕੀਤਾ ਜੀ? ਬਿਲਕੁਲ ਜੀ, ਮੈਂ ਇਹ ਦੱਸਣਾ ਚਾਹੂੰਗਾ ਕਿ ਕੁਝ ਕੁ ਮਹੀਨੇ ਪਹਿਲਾਂ ਸੰਤ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਆ, ਉਹਨਾਂ ਦੇ ਪਰਿਵਾਰ ਵੱਲੋਂ ਆਸਟ੍ਰੇਲੀਆ ਤੋਂ ਹੁਕਮ ਹੋਇਆ ਸੀਗਾ ਕਿ ਇਹ ਮਾਡਲ ਤਿਆਰ ਕੀਤਾ ਜਾਵੇ, ਕਿ ਜਿੱਥੇ ਕਿ ਇਹ ਮਾਡਲ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਕਲਾ ਹੈ। ਉਹਦੇ ਨਾਲ ਹੀ ਤੁਸੀਂ ਚਾਰੇ ਪਾਸੇ ਨਜ਼ਰ ਮਾਰੋਗੇ ਅਤੇ ਕੈਮਰੇ ਦੀ ਨਜ਼ਰ ਤੋਂ ਕਿ ਸਾਰਾ ਸਮੁੱਚਾ ਇਤਿਹਾਸ ਵੀ ਲਿਖਿਆ ਹੋਇਆ ਹੈ ਜੋ ਪੁਰਾਤਨ, ਅਤੇ ਉਹ ਇਤਿਹਾਸ ਸੰਗਤਾਂ ਤਾਈਂ ਪਹੁੰਚ ਸਕੇ, ਇਸ ਕਰਕੇ ਉਹਨਾਂ ਨੇ ਹੁਕਮ ਲਾਇਆ ਸੀ ਅਤੇ ਮੈਂ ਤਿਆਰ ਕੀਤਾ। ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਦਾ ਹੁਕਮ ਹੋਏਗਾ, ਇਹਨਾਂ ਨੂੰ ਇਹ ਜੋ ਹੈ ਦਿਖਾਇਆ ਜਾਏਗਾ। ਸਮਾਂ ਕਿੰਨਾ ਕੁ ਲੱਗਾ ਔਰ ਇਹਦੀ ਕੀਮਤ ਕਿੰਨੀ ਹੈਗੀ ਹੈ? ਇਹ ਜੀ ਬਣਾਉਣ ਦੇ ਵਿੱਚ ਤਕਰੀਬਨ 2.5 ਮਹੀਨੇ ਦਾ ਸਮਾਂ ਲੱਗਾ, ਅਤੇ 8-10 ਘੰਟੇ ਮੈਂ ਰੋਜ਼ ਇਸ ਮਾਡਲ ਨੂੰ ਦਿਆ ਕਰਦਾ ਸੀਗਾ। ਅਤੇ ਇਹ ਮਾਡਲ ਜਿਹੜੇ ਹੁੰਦੇ ਆ, ਇਹ ਜੇ ਗੱਲ ਕਰੀਏ ਕੀਮਤ ਦੀ, ਕੀਮਤ ਵੀ ਕਦੇ ਵੀ ਮੈਂ ਔਨ ਕੈਮਰਾ ਦੱਸਣਾ ਨਹੀਂ ਚਾਹੁੰਦਾ। ਜਿਹੜੀਆਂ ਵੀ ਸੰਗਤਾਂ, ਕਿਉਂਕਿ ਇਹ ਜਿਹੜੇ ਧਾਰਮਿਕ ਸਥਾਨਾਂ ਦੇ ਮਾਡਲ ਹੈ ਮੇਰੇ ਦਿਲ ਦੇ ਬੜੇ ਕਰੀਬ ਹੁੰਦੇ ਆ, ਇਹ ਮੈਂ ਆਪਣੀ ਰੂਹਦਾਰੀ ਨਾਲ ਤਿਆਰ ਕਰਦਾ, ਅਤੇ ਹਮੇਸ਼ਾ ਜਿਹੜਾ ਸਾਡਾ ਧਰਮ ਹੈ, ਸਾਡਾ ਇਤਿਹਾਸ ਹੈ, ਇਹਦਾ ਕੋਈ ਮੁੱਲ ਨਹੀਂ। ਮੁੱਲ ਸਿਰਫ ਮਿਹਨਤ ਦਾ ਹੈਗਾ। ਜਿੱਥੇ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੁਕਮ ਕਰਦੀਆਂ ਨੇ, ਉਹਨਾਂ ਦੇ ਔਨ ਡਿਮਾਂਡ ਅਸੀਂ ਉਹ ਮਾਡਲ ਤਿਆਰ ਕਰ ਦਿੰਦੇ ਹਾਂ। ਸੋ ਮੈਂ ਵੀ ਜਾਣਨਾ ਚਾਹਾਂਗਾ ਕਿ ਇਹਦੇ ਵਿੱਚ ਮਟੀਰੀਅਲ ਕਿਹੜਾ ਵਰਤਿਆ ਗਿਆ ਤੁਹਾਡੇ ਦੁਆਰਾ? ਮਟੀਰੀਅਲ ਜੋ ਇਹਦੇ ਵਿੱਚ ਮੋਸਟਲੀ ਪਲਾਸਟਿਕ, ਫਾਈਬਰ, ਵੁਡਨ ਮਟੀਰੀਅਲ, ਅਤੇ ਇੰਪੋਰਟੈਂਟ ਜੋ ਪੇਪਰ ਹੁੰਦਾ ਇਟਾਲੀਅਨ, ਇਹਦੀ ਵਰਤੋਂ ਕਰਕੇ ਹੂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਉਸੇ ਤਰ੍ਹਾਂ ਹੀ ਦਿੱਖ ਨਜ਼ਰ ਆ ਰਹੀ ਹੈ, ਤਾਂ ਕਿ ਇਹ ਸੇਮ ਟੂ ਸੇਮ, ਜਿਸ ਤਰ੍ਹਾਂ ਪਹਾੜੀਆਂ ਅਤੇ ਪਹਾੜੀਆਂ ਨਜ਼ਰ ਆ ਰਹੀਆਂ, ਪਹਾੜ ਨਜ਼ਰ ਆ ਰਹੇ ਹੈ, ਮਾਰਬਲ ਦੇ ਇਫੈਕਟ, ਬਿਲਡਿੰਗ ਦੇ ਵਿੱਚ ਜੋ ਗੁੰਬਦ ਹੈਗੇ ਹੈ, ਸਾਰਾ ਸੇਮ ਟੂ ਸੇਮ ਉਸ ਤਰ੍ਹਾਂ ਜੋ ਮਟੀਰੀਅਲ ਐਜ਼ ਪਰ ਰਿਕੁਆਇਰਮੈਂਟ ਜੋ ਹੁੰਦੀ ਹੈ ਮਾਡਲ ਦੀ, ਮੈਂ ਯੂਜ਼ ਕਰਦਾ। ਤਾਂ ਇਹਦੇ ਤਿਆਰ ਕਰਨ ਤੋਂ ਬਾਅਦ ਤੁਹਾਨੂੰ ਹੋਰ ਵੀ ਆਰਡਰ ਮਿਲੇ ਨੇ ਇਹਦੇ? ਬਿਲਕੁਲ ਜੀ, ਬੜੀਆਂ ਜਲਦੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਬੜੀ ਜਲਦੀ ਅਨਾਊਂਸਮੈਂਟ ਕਰਾਂਗੇ। ਕੁਝ ਹੋਰ ਨਵੇਂ ਧਾਰਮਿਕ ਸਥਾਨਾਂ ਦੇ ਮਾਡਲ ਤਿਆਰ ਕਰਨ ਜਾ ਰਹੇ ਹਾਂ। ਕਾਫੀ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਕਾਫੀ ਉਤਸ਼ਾਹ ਦਿਖਾਇਆ ਹੈ ਮਾਡਲ ਨੂੰ ਦੇਖਣ ਤੋਂ ਬਾਅਦ, ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਬਣਾਏ ਨੇ, 5 ਤਖ਼ਤਾਂ ਦੇ ਮਾਡਲ ਬਣਾਏ ਨੇ, ਪਾਕਿਸਤਾਨ ਦੇ ਗੁਰਦੁਆਰਿਆਂ ਦੇ ਮਾਡਲ ਬਣਾਏ ਨੇ, ਅਤੇ ਸਮੇਂ ਸਿਰ ਜਦੋਂ ਵੀ ਅਸੀਂ ਮਾਡਲ ਤਿਆਰ ਕਰਦੇ ਹਾਂ, ਜ਼ਰੂਰ ਸਿੱਖ ਸੰਗਤਾਂ ਪਿਆਰ ਬਖਸ਼ਦੀਆਂ ਨੇ। ਅਤੇ ਜਿੱਥੇ ਵੀ ਮੇਰੇ ਲਾਇਕ ਕੋਈ ਸੇਵਾ ਹੁੰਦੀ, ਚਾਹੇ ਉਹ ਨਗਰ ਕੀਰਤਨ ਲਈ ਵੱਡਾ ਮਾਡਲ ਬਣਾਉਣਾ ਹੋਵੇ, ਚਾਹੇ ਉਹ ਕਿਸੇ ਅਜਾਇਬ ਘਰ 'ਚ ਰੱਖਣਾ ਹੋਵੇ, ਕਿਸੇ ਹਾਲ 'ਚ ਰੱਖਣਾ ਹੋਵੇ, ਅਤੇ ਹਰ ਤਰ੍ਹਾਂ ਦਾ ਅਸੀਂ ਮਾਡਲ ਬਣਾ ਕੇ ਦਿੰਦੇ ਹਾਂ। ਤਾਂ ਜਿਵੇਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਟੋਰੀ ਕੀਤੀ ਹੋਈ ਆ, ਤਾਂ ਅਸੀਂ ਦੇਖਦੇ ਹਾਂ ਕਿ ਤੁਸੀਂ ਸ਼੍ਰੀ ਦਰਬਾਰ ਸਾਹਿਬ ਦੇ ਜਾਂ ਪਿਛਲੇ ਦਿਨੀ ਵੀ ਤੁਸੀਂ ਬੜਾ ਕੁਝ ਤਿਆਰ ਕਰਦੇ ਰਹਿੰਦੇ ਹੋ। ਤਾਂ ਜੇਕਰ ਗੱਲ ਕੀਤੀ ਜਾਵੇ ਤਾਂ SGPC ਵਾਲਿਆਂ ਨੂੰ ਕਿਤੇ ਨਾ ਕਿਤੇ ਚਾਹੀਦਾ ਹੈਗਾ ਕਿ ਤੁਹਾਨੂੰ ਆਪਣੀ ਇੱਕ ਜੋਬ ਦੇਣ, ਜਾਂ ਤੁਹਾਡੇ ਕੋਲ ਆਪਣਾ ਇਸ ਕੰਮ ਦੇ ਤੁਹਾਨੂੰ ਆਰਡਰ ਦੇਣ ਦਾ ਕਿੰਨਾ ਕੁ ਤੁਹਾਨੂੰ ਜਿਹੜਾ ਉਹਨਾਂ ਵੱਲੋਂ ਸਹਿਯੋਗ ਰਹਿੰਦਾ SGPC ਵੱਲੋਂ? SGPC ਇੱਕ ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੈਗੀ ਹੈ। ਇਹ ਸਿਰਫ ਸਿੱਖਾਂ ਵਾਸਤੇ ਨਹੀਂ, ਇਹ ਸਭ ਧਰਮਾਂ ਦੇ ਲਈ ਸਹਾਇਕ ਹੋਣੀ ਚਾਹੀਦੀ ਸੀਗੀ, ਲੇਕਿਨ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਤੋਂ ਹਟਦੇ ਨਜ਼ਰ ਆਉਂਦੇ, ਕਿਉਂਕਿ ਇਸ ਤਰ੍ਹਾਂ ਦੇ ਕਾਰਜ ਕੋਈ ਚੰਗਾ ਲਿਖਾਰੀ, ਚੰਗਾ ਖਿਡਾਰੀ, ਚੰਗਾ ਕੋਈ ਇਤਿਹਾਸਕਾਰ, ਕੋਈ ਚੰਗਾ ਆਰਟਿਸਟ, ਕੋਈ ਚੰਗਾ ਪੇਂਟਰ, ਜਿਹੜਾ ਸਾਡੇ ਸਿੱਖ ਇਤਿਹਾਸ ਨੂੰ, ਸਿੱਖ ਕਲਚਰ ਨੂੰ, ਸਿੱਖ ਵਿਰਾਸਤਾਂ ਨੂੰ
ਸਾਂਭਣ ਦਾ ਯਤਨ ਕਰ ਰਿਹਾ ਹੋਵੇ ਜਾਂ ਅੱਗੇ ਲੈ ਕੇ ਆਉਣ ਦਾ ਯਤਨ ਕਰ ਰਿਹਾ ਹੋਵੇ, ਉਸ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ। ਲੇਕਿਨ ਅਜੇ ਤਾਈਂ ਉਹ ਇਸ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹੈ। ਮੈਂ ਬਹੁਤ ਵਾਰੀ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰ ਚੁੱਕਿਆ। ਤਾਂ ਅੱਛਾ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਕੀ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ? ਉਹਨਾਂ ਦਾ ਰਿਐਕਸ਼ਨ ਅਜੇ ਵੀ ਇਹੀ ਹੁੰਦਾ ਜੀ, ਕੋਈ ਨਹੀਂ, ਦੱਸਾਂਗੇ, ਸੋਚਾਂਗੇ, ਬਣਾਉਂਦੇ ਹਾਂ ਪਲਾਨ, ਤੁਸੀਂ ਦੱਸੋ ਤੁਸੀਂ ਕੌਣ ਹੋ, ਤੁਸੀਂ ਕੀ ਚਾਹੁੰਦੇ ਹੋ। ਇਸ ਤਰ੍ਹਾਂ ਦੇ ਉਹਨਾਂ ਦੇ ਬੋਲ ਹੁੰਦੇ ਆ, ਜਦ ਕਿ ਉਹਨਾਂ ਨੂੰ ਸਭ ਕੁਝ ਪਤਾ ਹੈਗਾ, ਕਿਉਂਕਿ 20 ਸਾਲ 18 ਸਾਲ ਹੋ ਗਏ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਪੂਰੇ ਵਰਲਡ ਵਾਈਡ ਹਰ ਇੱਕ ਨਿਊਜ਼ ਚੈਨਲ ਦੇ ਥਰੂ, ਮੀਡੀਆ ਦੇ ਥਰੂ, ਅਖਬਾਰਾਂ ਦੇ ਥਰੂ ਇਹਨਾਂ ਦੇ ਸਾਹਮਣੇ ਆਉਂਦੇ ਹੀ ਰਹਿੰਦੇ ਆ, ਲੇਕਿਨ ਜਾਣ ਬੁੱਝ ਕੇ ਅਣਜਾਣ ਬਣ ਜਾਂਦੇ ਕਿ ਸਾਨੂੰ ਪਤਾ ਹੀ ਨਹੀਂ ਤੁਸੀਂ ਕੌਣ ਹੋ। ਕੀ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਕਾਰਨ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਨੇ, ਲੇਕਿਨ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਸਮਤ ਸੋਝੀ ਬਖਸ਼ਿਸ਼ ਕਰਨ। ਇਹ ਸਿਰਫ ਮੇਰੇ ਲਈ ਨਹੀਂ, ਇੱਕ ਹਰ ਇੱਕ ਚੰਗੇ ਉਸ ਇਨਸਾਨ ਲਈ ਜਿਹੜਾ ਸਾਡੇ ਸਿੱਖ ਇਤਿਹਾਸ ਦੀ ਕਦਰ ਕਰਦਾ ਹੈ, ਅੱਗੇ ਲੈ ਕੇ ਆ ਰਿਹਾ, ਕੋਈ ਚੰਗਾ ਲਿਖਾਰੀ ਹੈ, ਕੋਈ ਚੰਗਾ ਇਤਿਹਾਸ ਅੱਗੇ ਲੈ ਕੇ ਆ ਰਿਹਾ, ਹਰ ਇੱਕ ਆਰਟਿਸਟ ਹੈ ਕੋਈ ਚੰਗਾ, ਹਰ ਇੱਕ ਦੀ ਇਹਨਾਂ ਨੂੰ ਸਾਰ ਸੰਭਾਲ ਲੈਣੀ ਚਾਹੀਦੀ ਹੈ, ਬਣਦਾ ਮਾਣ ਸਤਿਕਾਰ ਵੀ ਦੇਣਾ ਚਾਹੀਦਾ ਹੈ। ਤਾਂ ਗੁਰਪ੍ਰੀਤ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਕੀ ਤਿਆਰ ਕਰ ਰਹੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਕੁਝ ਅਨਾਊਂਸਮੈਂਟ ਕਰਾਂਗੇ। ਅਜੇ ਥੋੜ੍ਹੇ ਅਨਾਊਂਸ ਮੈਂ ਕਰ ਨਹੀਂ ਸਕਦਾ ਖੋਲ੍ਹ ਕੇ, ਕਿਉਂਕਿ ਕੁਝ ਮਾਡਲ ਹੈਗੇ ਨੇ ਧਾਰਮਿਕ ਸਥਾਨਾਂ ਦੇ, ਉਹ ਮੈਂ ਬੜੀ ਜਲਦੀ ਤਿਆਰ ਕਰੂੰਗਾ। ਅਤੇ ਇੰਟਰਨੈਸ਼ਨਲ ਟੂਰ 'ਤੇ ਵੀ ਬੜੀ ਜਲਦੀ ਜਾਣ ਦੀ ਪਲੈਨਿੰਗ ਹੈ, ਕਿਉਂਕਿ ਸੰਗਤਾਂ ਵੱਲੋਂ ਕਾਫੀ ਫੋਨ ਆ ਰਹੇ, ਕਿਉਂਕਿ ਕਰੋਨਾ ਦੌਰਾਨ ਕਰਕੇ ਦੌਰ ਕਰਕੇ ਮੈਂ ਜ਼ਿਆਦਾ ਕਿਤੇ ਜਾ ਨਹੀਂ ਪਾਇਆ ਸੀਗਾ। ਤਾਂ ਜੇਕਰ ਹੁਣ ਜਿਵੇਂ ਤੁਸੀਂ SGPC ਨੂੰ ਵੀ ਇੱਕ ਮੈਸੇਜ ਦਿੱਤਾ ਹੈ ਕਿ ਉਹ ਜਿਹੜਾ ਆ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਆ ਤੁਹਾਡੇ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੇਕਰ ਉਹ ਤੁਹਾਨੂੰ ਕਹਿੰਦੇ ਨੇ, ਤੁਹਾਨੂੰ ਬੁਲਾਉਂਦੇ ਹੋ, ਤਾਂ ਤੁਸੀਂ ਜਾਓਗੇ? ਬਿਲਕੁਲ ਜੀ, ਮੈਂ ਤਾਂ ਖੁਦ ਮਿਲਣ ਜਾਂਦਾ ਉਹਨਾਂ ਨੂੰ, ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਗੀ। ਮੈਂ ਤਾਂ ਕਈ ਵਾਰੀ ਮਿਲ ਕੇ ਆਇਆ, ਮੈਂ ਪਿਛਲੇ ਦਿਨ ਹੀ 1 ਮਹੀਨਾ ਵੀ ਨਹੀਂ ਹੋਇਆ ਜੇ ਮਿਲ ਕੇ ਆਇਆ। ਉਹ ਅੱਗੋਂ ਮਿਲਦੇ ਨਹੀਂ, ਜਾਂ ਮਿਲਦੇ ਆ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਤੁਸੀਂ ਕੌਣ ਹੋ। ਫਿਰ ਜੇ ਦੱਸੀਦਾ ਤਾਂ ਫਿਰ ਜੇ ਇੰਟਰਸਟ ਹੀ ਨਹੀਂ ਲੈਂਦੇ, ਕੋਈ ਨਹੀਂ ਦੱਸਾਂਗੇ ਜੀ ਕਦੇ। ਇਟ ਮੀਨਸ ਕਿ ਉੱਥੇ ਏਡੇ ਏਡੇ ਅਹੁਦੇਦਾਰ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਬੈਠੇ ਆ, ਸਾਨੂੰ ਕੋਈ ਦੁੱਖ ਨਹੀਂ ਗਾ ਕਿ ਕਿਉਂ ਬੈਠੇ ਹੈ, ਲੇਕਿਨ ਉਹਨਾਂ ਦਾ ਜਿਹੜਾ ਬਣਦਾ ਫਰਜ਼ ਹੈ, ਉਸ ਤਰ੍ਹਾਂ ਤਾਂ 2-2 5-5 ਕਰੋੜ ਰੁਪਈਆ ਦਿਖਾ ਦਿੰਦੇ ਆ, ਅਸੀਂ ਇਸ ਪਿੰਡ 'ਤੇ ਇਸ ਸ਼ਹਿਰ 'ਤੇ ਲਾਤਾ ਧਰਮ ਪ੍ਰਚਾਰ ਲਈ, ਅਸੀਂ ਇਹ ਸਿੱਖ ਪੰਥ ਨੂੰ, ਸਿੱਖ ਵਿਰਸੇ ਨੂੰ ਸਾਂਭਣ ਦੇ ਲਈ ਇੰਨਾ ਖਰਚਾ ਕਰਤਾ। 1 ਕਰੋੜ ਰੁਪਈਆ ਹਾਕੀ ਖਿਡਾਰਨਾਂ ਨੂੰ ਵੀ ਜਿਹੜਾ ਬੀਬੀ ਜਗੀਰ ਕੌਰ SGPC ਪ੍ਰਧਾਨ ਵੱਲੋਂ ਅਨਾਊਂਸ ਕੀਤਾ ਗਿਆ, ਪੂਰੀ ਟੀਮ ਨੂੰ ਮਿਲੇਗਾ। ਮੈਂ ਹੁਣ ਮਾਨਯੋਗ ਬੀਬੀ ਜਗੀਰ ਕੌਰ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਤੇ ਇੱਕ ਸਵਾਲ ਕਰਦਾ ਤੁਹਾਡੇ ਚੈਨਲ ਜ਼ਰੀਏ ਉਹਨਾਂ ਤਾਈਂ ਪਹੁੰਚਾਉਣਾ ਚਾਹੁੰਦਾ ਕਿ 1 ਕਰੋੜ ਰੁਪਈਆ ਤੁਸੀਂ ਹਾਕੀ ਖਿਡਾਰੀਆਂ ਨੂੰ ਦਿੱਤਾ, ਮੈਨੂੰ ਕੋਈ ਦੁੱਖ ਨਹੀਂ, ਮੈਂ ਨਾਲੇ ਹਾਕੀ ਖਿਡਾਰਨਾਂ ਨੂੰ, ਪਲੇਅਰਾਂ ਨੂੰ ਵਧਾਈਆਂ ਵੀ ਦਿੰਦਾ ਕਿ ਉਹ ਦੇਸ਼ ਦਾ ਨਾਮ ਰੋਸ਼ਨ ਕਰਕੇ ਆ ਰਹੇ ਹੈ, ਪਰ ਕੀ ਉਹ ਐਡਾ ਵੱਡਾ ਦਰਜਾ ਹੋ ਗਿਆ ਕਿ ਉਹ ਅੰਮ੍ਰਿਤਧਾਰੀ ਹੈ, ਕਿ ਉਹ ਦਸਤਾਰਾਂ ਬੰਨ੍ਹ ਕੇ ਗਈਆਂ ਸੀ, ਕਿ ਉਹਨਾਂ ਨੇ ਗਾਤਰੇ ਪਾਏ ਸੀਗੇ? ਕਿ ਅਸੀਂ ਜੇ ਗਾਤਰੇ ਪਾ ਕੇ ਆ ਸਿੱਖ ਸਮਾਜ ਦੇ ਵਿੱਚ ਚੰਗੇ ਚੰਗੇ ਲੋਕ ਜਿਹੜੇ ਬੜੇ ਸਾਰੇ ਹੈਗੇ, ਜੇ ਕਹੋਗੇ ਤਾਂ ਮੈਂ ਗਿਣਾ ਦੂੰਗਾ, ਜਿਹੜੇ ਲੋਕ ਕਾਰਜ ਕਰ ਰਹੇ, ਇਹ ਅਣਦੇਖੇ ਹੋ ਜਾਂਦੇ ਹੈ। ਅਸੀਂ ਜਾ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਖਲੋਨੇ ਅਤੇ ਕਹਿੰਦੇ ਦੱਸੋ ਤੁਸੀਂ ਕੌਣ ਹੋ, ਤੁਹਾਡੀ ਪ੍ਰੋਫਾਈਲ ਬਣਾ ਕੇ ਲਿਆਓ, ਤੁਸੀਂ ਸਾਨੂੰ ਓਫੀਸ਼ੀਅਲੀ ਮੇਲਾਂ ਕਰੋ। ਆ ਜਿਹੜੇ ਖਿਡਾਰੀਆਂ ਨੂੰ ਤੁਸੀਂ 1 ਕਰੋੜ ਅਨਾਊਂਸ ਕੀਤਾ, ਪਹਿਲਾਂ ਇਹਨਾਂ ਤੋਂ ਮੇਲਾਂ ਕਰਵਾਈਆਂ ਵੀ ਸਾਨੂੰ ਆਪਣਾ ਪਹਿਲਾਂ ਬਾਇਓਡਾਟਾ ਭੇਜੋ, ਤੁਸੀਂ ਸਾਨੂੰ ਪਹਿਲਾਂ ਆਪਣਾ ਇਹ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ, ਤੁਸੀਂ ਪਹਿਲਾਂ ਆਪਣੀਆਂ ਪ੍ਰੋਫਾਈਲਾਂ ਦੱਸੋ, ਤੁਸੀਂ ਕਿੱਥੇ ਕਿੱਥੇ ਖੇਡ ਚੁੱਕੇ ਹੋ। ਇਹ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਹੈ। ਅੱਜ ਜੇ ਸਿੱਖ ਇਤਿਹਾਸ ਨੂੰ ਸਾਂਭਣ ਦਾ ਅਸੀਂ ਯਤਨ ਕਰ ਰਹੇ ਹਾਂ, 10 ਪਾਤਸ਼ਾਹੀਆਂ ਦੇ ਜਨਮ ਸਥਾਨ, ਅਨੇਕਾਂ ਧਾਰਮਿਕ ਸਥਾਨਾਂ ਦੇ ਮਾਡਲ ਮੈਂ ਵਾਕਈ ਕਿੰਨੀ ਵਾਰੀ ਮੈਂ ਬੋਲਾਂ, ਅਤੇ ਅਗਰ ਬਣਾ ਰਹੇ ਹਾਂ ਅਤੇ ਅੱਜ ਉਹਨਾਂ ਲਈ ਤਾਂ ਫਟਾਫਟ ਅਨਾਊਂਸਮੈਂਟ ਹੋ ਗਈ। ਕੀ ਉਹਨਾਂ ਨੇ ਕੋਈ ਸਿਰ 'ਤੇ ਦਮਾਲੇ 'ਤੇ ਖੰਡੇ ਲਾਏ ਹੋਏ ਸੀਗੇ? ਉਹਨਾਂ ਨੂੰ ਤੁਸੀਂ ਇੰਨੇ ਵੱਡੇ ਪੱਧਰ 'ਤੇ ਫਟਾਫਟ ਅਨਾਊਂਸਮੈਂਟ ਕਰਤੀ। ਕੀ ਸਾਡੇ ਵਰਗੇ ਲੋਕਾਂ ਲਈ ਤੁਹਾਡੇ ਕੋਲ ਇੱਕ ਹਾਲ ਨਹੀਂ ਦਿੱਤਾ ਜਾਂਦਾ ਸ਼੍ਰੋਮਣੀ ਕਮੇਟੀ 'ਚ ਵੀ ਤੁਸੀਂ ਇੱਥੇ ਧਰਮ ਪ੍ਰਚਾਰ ਹੇਠ ਕੋਈ ਆਰਟ ਵਰਕ ਰੱਖਣਾ ਚਾਹੁੰਦੇ ਹੋ, ਜਿਹਦੇ ਜ਼ਰੀਏ ਸਾਡੇ ਯੂਥ ਨੂੰ, ਸਾਡੇ ਬੱਚਿਆਂ ਨੂੰ ਇਤਿਹਾਸ ਪਹੁੰਚ ਸਕੇ? ਕੋਈ ਯਤਨ ਹੈ ਤੁਹਾਡਾ? ਕੋਈ ਹੈ ਤੁਹਾਡੇ ਕੋਲ ਜਵਾਬ? ਤੁਸੀਂ 1 ਕਰੋੜ ਅਨਾਊਂਸ ਕਰਤਾ, ਮੈਨੂੰ ਕੋਈ ਦੁੱਖ ਨਹੀਂ, ਤੁਸੀਂ ਸਾਨੂੰ ਤਾਂ ਸਾਡੇ ਤਾਂ ਹੱਥੋਂ ਤੁਸੀਂ ਮਾਡਲ ਖੋਹਣ ਨੂੰ ਪੈਂਦੇ ਹੋ। ਮੇਰੇ ਨਾਲ ਸਿੰਘ ਗਿਆ ਸੀਗਾ ਸ੍ਰੀ ਦਰਬਾਰ ਸਾਹਿਬ, ਸ੍ਰੀ ਚੂਨਾ ਮੰਡੀ ਸਾਹਿਬ ਲਾਹੌਰ ਦਾ ਮਾਡਲ ਹੱਥੋਂ ਖੋਲ੍ਹਿਆ ਸੀਗਾ, ਕੈਮਰੇ ਹੱਥੋਂ ਖੋਲ੍ਹੇ ਸੀ ਵੀ ਤੁਸੀਂ ਇੱਥੇ ਕੀ ਲੈਣ ਆਏ ਹੋ। ਅਤੇ ਇਹਨਾਂ ਦਾ ਵਿਤਕਰਾ ਇਸ ਤਰ੍ਹਾਂ ਦਾ ਹੁੰਦਾ, ਅਤੇ ਜਿਹੜੇ ਜਾਪਾਨ ਦੇ ਵਿੱਚ 2 ਮੈਡਲ ਜਿੱਤ ਲਏ ਆ, ਇਹਦਾ ਮਤਲਬ ਮੈਡਲ ਇਹਨਾਂ ਨੂੰ ਜਿੱਤਣੇ ਜ਼ਿਆਦਾ ਕੀਮਤੀ ਹੈ, ਧਾਰਮਿਕ ਸਥਾਨਾਂ ਨੂੰ, ਸਿੱਖ ਇਤਿਹਾਸ ਨੂੰ ਸਾਂਭਣ ਵਾਲੇ ਦੀ ਕੀਮਤ ਘੱਟ ਹੈਗੀ ਹੈ। ਇਟ ਮੀਨਸ ਜਿਹੜੇ ਧਰਮ ਦੇ ਵਿੱਚ, ਮੈਂ ਇੱਕ ਹੋਰ ਐਗਜ਼ਾਮਪਲ ਦੇ ਦੇਵਾਂ, ਜਿਹੜਾ ਗੁਰੂ ਘਰ ਦਾ ਕੀਰਤਨੀਆ, ਗੁਰੂ ਘਰ ਦਾ ਗ੍ਰੰਥੀ ਹੈ, ਉਹ ਰੁਲੇ, ਅਤੇ ਜੇ ਸਿੰਗਰ ਆਵੇ ਤਾਂ ਉਹਨਾਂ ਨੂੰ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਖਲੋਤਿਆਂ ਨੂੰ ਸਿਰੋਂ ਪਾਓ। ਸੁਖਵਿੰਦਰ ਸਿੰਘ ਤੋਂ ਧਾਰਮਿਕ ਗੀਤ ਗਵਾਓ ਅਤੇ ਰਾਗੀਆਂ ਨੂੰ ਬੇਇੱਜ਼ਤ ਕਰੋ, ਜੋ ਇਹਨਾਂ ਦਾ ਕਰਮ ਹੈਗਾ। ਇਸ ਕਰਕੇ ਇਹਨਾਂ ਨੂੰ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਚਾਹੀਦੀਆਂ। ਮੈਨੂੰ ਹਾਕੀ ਖਿਲਾੜੀਆਂ ਤੋਂ ਕੋਈ ਦੁੱਖ ਨਹੀਂ, ਮੈਂ ਵਧਾਈਆਂ ਦਿੰਦਾ, ਦਿਲੋਂ ਵਧਾਈਆਂ ਦਿੰਦਾ, ਲੇਕਿਨ ਜੋ ਇਹਨਾਂ ਦੇ ਬਣਜੇ ਫਰਜ਼ ਹੈ ਉਹ ਵੀ ਸਾਂਭਣੇ ਚਾਹੀਦੇ ਹੈ।
ਕਰੋੜ ਰੁਪਈਆ ਤੁਸੀਂ ਉਹਨਾਂ ਨੂੰ ਭੱਜ ਕੇ ਅਨਾਉਂਸ ਕਰਤਾ। ਮੈਂ 10 ਵਾਰੀ ਜਾ ਕੇ ਆਇਆ ਤੁਹਾਡੇ ਦਫ਼ਤਰ ਦੇ ਵਿੱਚ, ਤੁਸੀਂ ਅੱਗੋਂ ਕਹਿ ਦਿੰਦੇ ਤੁਸੀਂ ਕੌਣ ਹੋ, ਅਸੀਂ ਜਦ ਜਾਣਦੇ ਨਹੀਂ ਤੁਹਾਨੂੰ, ਤੁਸੀਂ ਕਿਹੜੇ ਥਾਂ ਤੋਂ ਆਏ ਹੋ, ਕੀ ਤੁਹਾਡਾ ਕੰਮ ਹੈ, ਸਾਨੂੰ ਪਹਿਲਾਂ ਪ੍ਰੋਫਾਈਲ ਤਾਂ ਦਿਖਾਓ। ਤੇ ਇਹਨਾਂ ਨੂੰ ਪੁੱਛਣ ਵਾਲਾ ਵੇ, ਉਹਨਾਂ ਦੀ ਪਹਿਲਾਂ ਪ੍ਰੋਫਾਈਲ ਦੇਖੀ ਤੁਸੀਂ, ਫਟਾਫਟ ਇੱਥੇ ਬੈਠੇ 10 ਮਿੰਟਾਂ 'ਚ ਤੁਸੀਂ ਅਨਾਉਂਸ ਕਰਤਾ। ਸੋ ਇਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਚਾਹੀਦੀਆਂ। ਤਾਂ ਭਾਜੀ ਜੇਕਰ ਤੁਹਾਨੂੰ ਇਹਦਾ ਆਰਡਰ ਕੋਈ ਕਰਨਾ ਚਾਹੁੰਦਾ ਤਾਂ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਤੁਹਾਡੇ ਨਾਲ? ਮੇਰੇ ਪਰਸਨਲ ਮੈਂ फ़ोन ਨੰਬਰ ਦੇ ਦਿੰਦਾ 9888342384 9883842384। ਮੇਰੇ ਨਾਲ ਪਰਸਨਲ ਸੰਪਰਕ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ, ਮੇਰੇ ਦਿਲ ਦੀ ਇੱਕ ਤਮੰਨਾ ਵੀ ਹੈਗੀ ਹੈ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਸਿਰ ਤੇ ਹੱਥ ਰੱਖਣ ਕਿ ਕਿਤੇ ਵੀ ਜੀਂਦੇ ਜੀ ਇੱਕ ਅਜਾਇਬ ਘਰ ਜਾਂ ਛੋਟਾ ਇੱਕ ਹਾਲ ਬਣਾਇਆ ਜਾਵੇ ਜਿਹਦੇ ਵਿੱਚ ਸਾਡੀਆਂ ਸਿੱਖ ਵਿਰਾਸਤਾਂ ਦੇ ਮਾਡਲ ਸਣੇ ਇਤਿਹਾਸ ਸਾਡੇ ਬੱਚਿਆਂ ਲਈ ਇੱਕ ਸਟੱਡੀ ਸੈਂਟਰ ਬਣ ਸਕੇ। ਇਤਿਹਾਸ, ਸਾਡੇ ਬੱਚੇ ਇਤਿਹਾਸ ਨਾਲ ਜੁੜਨ। ਇਹੀ ਵੱਡਾ ਕਾਰਨ ਹੈ ਕਿ ਅੱਜ ਪਤਨਪੁਰਨੇ ਵੱਲ ਵੱਧ ਰਹੇ ਹੈ, ਹੋਰ ਧਰਮਾਂ ਵੱਲ ਚੱਲਣ ਹੋ ਰਿਹਾ, ਹੋਰ ਪਾਸੇ ਲੋਕ ਸਾਡੀ ਯੂਥ ਤੁਰ ਪਿਆ, ਸਿੰਗਰਾਂ ਵੱਲ ਰੁਝਾਨ ਵੱਧ ਗਿਆ। ਕਿਉਂ ਨਾ ਅਸੀਂ ਇਹੋ ਜਿਹਾ ਕੋਈ ਇੱਕ ਫੁਲਵਾੜੀ ਸਜਾਈਏ ਜਿਹਦੇ ਨਾਲ ਕਿ ਬੱਚੇ ਲਾਹੇ ਲਾ ਸਕਣ। ਸੋ ਇਹ ਸਨ ਸਾਡੇ ਨਾਲ ਗੁਰਪ੍ਰੀਤ ਪੇਪਰ ਆਰਟਿਸਟ, ਜਿਨ੍ਹਾਂ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਦਾ ਜੋ ਮਾਡਲ ਤਿਆਰ ਕੀਤਾ ਗਿਆ ਹੈ। ਔਰ ਜੇਕਰ ਤੁਸੀਂ ਇਹਨਾਂ ਨਾਲ ਇਸ ਨੂੰ ਲੈਣਾ ਚਾਹੁੰਦੇ ਹੋ, ਆਰਡਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।